जे ये प्रबंधक कमेटी दे एक गुरु ग्रंथ साहब के उत्ते इन्ना घपला हो सकता तो फिर गोलक तो निरी पैसे ही पैसे ने गोलक के उन्होंने गिणन वालों के उत्ते कोई जिम्मेवार बंदे का ना ही है नहीं, पता नहीं कौन गिणते ने। ये भंग पी के बैठते हैं इत्थे, ये की देखते हैं, ये आडिट काहदा करते हैं। 8 लाख रुपया तनख्वाह लैन वाला 10 साल ये ना दस सके कि मैं इहदा आडिट किया है तो ये पैसे कित्थे गए। ये पैसों को मैं कदी रोकया कदी पुछया। ये घपला नहीं चलना मिस्टर धामी। तुसी झूठियां दे कहण दे उत्ते झूठ बोली जा रहे हो। वो कह रहे तुहानूं झूठ नूं सच बना के दसो, वो बनना नहीं। सो मंगां ਜਿਹੜੀਆਂ ਸੀਗੀਆਂ ਉਹ ਸਾਰੀਆਂ ਤਾਂ ਇਹਦੇ ਕੋਲ ਸੀ, ਇਹੋ ਹੀ ਦੱਸ ਸਕਦਾ ਸੀ ਕਿੱਥੇ ਸੀਗੀਆਂ। मिस्टर धामी ਜਾਂ ਤੇ ਤੁਹਾਨੂੰ ਪਤਾ ਨਹੀਂ ਜਾਂ ਫਿਰ ਤੁਸੀਂ ਝੂਠ ਬੋਲ ਰਹੇ ਹੋ। ਨਾ ਤੇ ਕਮਲਜੀਤ ਸਿੰਘ ਬਿੱਲ ਬਣਾਉਂਦਾ ਤੇ ਨਾ ਹੀ ਨਾਲ ਜਾਂਦਾ, ਨਾ ਹੀ ਪੈਸੇ ਲੈਂਦਾ। ਪੈਸੇ ਖਜ਼ਾਨੇ ਚ ਆਉਂਦੇ ਆ ਡਰਾਫਟ ਰਾਹੀਂ ਜਾਂ ਕੈਸ਼, ਉਹ ਖਜ਼ਾਨੇ ਚ ਆਉਂਦੇ ਆ। ਉਹਨਾਂ ਦਾ ਆਡਿਟ ਹੁੰਦਾ ਤੇ ਆਡਿਟ ਕਰਨ ਵਾਲੇ ਤੁਹਾਡੇ ਘੱਟੋ ਘੱਟ 50 ਬੰਦੇ ਲੱਗੇ ਹੋਏ ਆਡਿਟ ਕਰਨ ਵਾਲੇ, ਤੇ ਉਹਨਾਂ ਦਾ ਚੀਫ ਆ ਮਿਸਟਰ ਕੋਹਲੀ ਜਿਹੜਾ 8 ਲੱਖ ਰੁਪਈਆ ਤਨਖਾਹ ਲੈਂਦਾ। ਇਹ ਕਿੱਥੇ ਜਵਾਬ ਦਿਓਗੇ ਤੁਸੀਂ? ਇਹ ਬਿਲਕੁਲ ਤੁਸੀਂ ਝੂਠ ਬੋਲ ਰਹੇ ਹੋ ਕਿ ਸਾਰੀ ਜਿਹੜੀ ਡਿਮਾਂਡ ਆਉਂਦੀ ਸੀ ਕਮਲਜੀਤ ਸਿੰਘ ਕੋਲ ਆਉਂਦੀ ਸੀ, ਉਹੀ ਦਿੰਦਾ ਸੀ, ਉਹੀ ਲੈਂਦਾ ਸੀ। ਹੁਣ ਮੈਂ ਤੁਹਾਨੂੰ ਇੱਕ ਨਿਮਰਤਾ ਸਹਿਤ ਬੇਨਤੀ ਕਰਦਾ, ਤੁਸੀਂ ਕਹਿ ਚੁੱਕੇ ਹੋ ਕਿ ਅਸੀਂ ਦਿਖਾਉਣ ਨੂੰ ਤਿਆਰ ਹਾਂ, ਅਸੀਂ ਡਿਸਕਸ ਕਰਨ ਨੂੰ ਤਿਆਰ ਹਾਂ। ਮੈਂ ਇਹ ਚੈਲੰਜ ਕਬੂਲ ਕਰਦਾ। ਪ੍ਰਬੰਧਕ ਕਮੇਟੀ ਦੇ ਕੰਪਲੈਕਸ ਦੇ ਵਿੱਚ ਟਾਈਮ ਦਿਓ ਸਾਨੂੰ ਕਦੋਂ ਆਈ ਹੈ। ਇਹਦਾ ਸਿੱਧਾ ਰਿਲੇ ਹੋਵੇ ਪੀਟੀਸੀ ਤੇ, ਜਿਹੜੀ ਤੁਹਾਡੀ ਪ੍ਰਕਾਸ਼ ਸਿੰਘ ਬਾਦਲ ਦੀ ਇੱਕ ਪੀਟੀਸੀ ਆ, ਉਹਦਾ ਚੈਨਲ ਆ, ਉੱਤੇ ਰਿਲੇ ਹੋਵੇ, ਪ੍ਰੈਸ ਉੱਥੇ ਹੋਵੇ, ਪਬਲਿਕ ਉੱਥੇ ਹੋਵੇ। ਤੁਸੀਂ ਇਹ ਤੱਥ ਤੇ ਖਾਸ ਕਰਕੇ ਜਿਹੜਾ ਤੁਹਾਡਾ ਡਾਕਟਰ ਈਸ਼ਰ ਸਿੰਘ ਆ, ਇਹ ਵੀ ਅਸੀਂ ਉਦੋਂ ਦੱਸਾਂਗੇ ਡਾਕਟਰ ਕਿੱਦਾਂ ਤੇ ਐਡਵੋਕੇਟ ਕਿੱਦਾਂ, ਜਾਂ ਇਹਦੀ ਬੈਕਗਰਾਉਂਡ ਕੀ ਆ, ਇਹ ਕਿਸ ਤਰ੍ਹਾਂ ਆਇਆ। ਤਾਂ ਮਿਸਟਰ ਧਾਮੀ ਤੁਸੀਂ ਐਡਵੋਕੇਟ ਹੋ, ਪੰਜਾਬ ਦੇ ਵਿੱਚ ਕੋਈ ਐਡਵੋਕੇਟ ਹੈ ਨਹੀਂ ਸੀ। ਪੰਜਾਬ ਦੇ ਵਿੱਚ ਕੋਈ ਰਿਟਾਇਰ ਅਫਸਰ ਨਹੀਂ ਸੀ, ਸੀਨੀਅਰ ਰਿਟਾਇਰ ਜੱਜ ਨਹੀਂ ਸੀ ਕੋਈ। ਇਹ ਤੁਸੀਂ ਜਿਹੜਾ ਡਾਕਟਰ ਲਿਆਂਦਾ ਤੇਲੰਗਾਨਾ ਚੋਂ ਲੱਭ ਕੇ, ਇਹਨੂੰ ਜ਼ਿਆਦਾ ਭੇਜਦੇ ਆ ਪੰਜਾਬ ਦੇ। ਪਿਛਲੇ ਕਾਫੀ ਲੰਮੇ ਸਮੇਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਇਹ ਸਿੱਧੇ ਤੌਰ ਦੇ ਉੱਤੇ ਇੱਕ ਦੋਸ਼ ਲਾਇਆ ਜਾਂਦਾ ਕਿ ਡਾਕਟਰ ਈਸ਼ਰ ਸਿੰਘ ਜੀ ਜਿਨ੍ਹਾਂ ਨੇ ਇਹ ਸਾਰੀ 328 ਸਰੂਪਾਂ ਦੀ ਇਨਕੁਆਇਰੀ ਕੀਤੀ ਆ, ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਰੂਪਾਂ ਦੇ ਬੇਅਦਬੀ ਜਾਂ ਸਰੂਪ ਜਿਹੜੇ ਲਾਪਤਾ ਕਰ ਦਿੱਤੇ। ਮੈਂ ਨਿਮਰਤਾ ਸਹਿਤ ਬੇਨਤੀ ਕਰਨੀ ਚਾਹੁੰਦਾ ਸਮੁੱਚੀ ਸੰਗਤ ਨੂੰ, ਨਾ ਤਾਂ ਇਹ ਸਰੂਪ ਲਾਪਤਾ ਆ ਤੇ ਨਾ ਹੀ ਕਿਧਰੇ ਇਹ ਬੇਅਦਬੀ ਹੋਈ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਾਮੀ ਸਾਹਿਬ, ਤੁਹਾਡੀ ਸਟੇਟਮੈਂਟ ਆਈ ਹੈ ਇੱਕ, ਜਿਹਦੇ ਵਿੱਚ ਤੁਸੀਂ 4 ਚੁਫੇਰੇ ਆਪਣੇ ਬਹੁਤ ਸਲਾਹਕਾਰ ਬਿਠਾਏ ਹੋਏ ਨੇ ਤੇ ਤੁਸੀਂ ਕੁਝ ਕਾਗਜ਼ ਵੀ ਦਿਖਾ ਰਹੇ ਹੋ। ਸਭ ਤੋਂ ਪਹਿਲਾਂ ਤੁਸੀਂ ਕਿਹਾ ਕਿ ਸਾਡੇ ਤੇ ਸਿੱਧਾ ਦੋਸ਼ ਲੱਗ ਰਿਹਾ ਕਿ ਅਸੀਂ ਸਰੂਪ ਲਾਪਤਾ ਕੀਤੇ ਆ ਜਾਂ ਬੇਅਦਬੀ ਕੀਤੀ ਹੈ। ਮੇਰਾ ਸਵਾਲ ਇਹ ਹੈ ਕਿ ਦੋਸ਼ ਲਾਏ ਕਿਸ ਨੇ, ਕਿਹੜੇ ਵਿਅਕਤੀ ਨੇ, ਕਿਹੜੀ ਸੰਸਥਾ ਨੇ ਤੁਹਾਡੇ ਤੇ ਦੋਸ਼ ਲਾਏ? ਤੁਸੀਂ ਜੇ ਪ੍ਰਧਾਨ ਹੋ, ਤੁਹਾਨੂੰ ਜਾਣਕਾਰੀ ਆ, ਤੇ ਤੁਹਾਨੂੰ ਇਹ ਵੀ ਜਾਣਕਾਰੀ ਹੋਊਗੀ ਕਿ ਇਹ ਦੋਸ਼ ਤੁਹਾਡੇ ਹੀ ਅਫਸਰਾਂ ਨੇ ਉਦੋਂ ਲਾਏ ਇੱਕ ਦੂਸਰੇ ਤੇ, ਜਦੋਂ ਉਹਨਾਂ ਨੇ ਸੱਚਖੰਡ ਦੇ ਵਿੱਚੋਂ ਸਰੂਪਾਂ ਦੀ ਗਿਣਤੀ ਕਰਕੇ ਚਾਰਜ ਲੈਣਾ ਸੀ। ਹੁਣ ਤੁਸੀਂ ਕਹਿੰਦੇ ਕਿ ਨਾ ਤੇ ਲਾਪਤਾ ਹੋਏ ਤੇ ਨਾ ਇਹ ਬੇਅਦਬੀ ਹੋਈ। ਜੇ ਲਾਪਤਾ ਨਹੀਂ ਹੋਏ ਤੇ ਗਿਣਤੀ ਪੂਰੀ ਕਿਉਂ ਨਹੀਂ ਹੋਈ? ਜੇ ਬੇਅਦਬੀ ਨਹੀਂ ਹੋਈ ਤੇ ਇਹ ਦੱਸੋ ਕਿਸ ਆਈਡੀ ਤੇ ਗਏ, ਤੇ ਜੇ ਕਿਸੇ ਆਈਡੀ ਤੇ ਗਏ ਤੇ ਉਹਦੀ ਗਿਣਤੀ ਕਿਵੇਂ ਘਟੀ? ਹੁਣ ਇੱਥੇ ਇੱਕ ਸਵਾਲ ਉੱਠਦਾ ਕਿ ਇਹ ਮਹਾਰਾਜ ਦੇ ਸਰੂਪ ਲਾਪਤਾ ਹੋਏ, ਮਹਾਰਾਜ ਦੇ ਸਰੂਪਾਂ ਦੀ ਕਿਤੇ ਬੇਅਦਬੀ ਹੋਈ। ਮੈਂ ਅਚੇਚੇ ਤੌਰ ਦੇ ਉੱਤੇ ਤੁਹਾਡੇ ਧਿਆਨ ਦੇ ਵਿੱਚ ਇੱਕ ਗੱਲ ਜਿਹੜੀ ਲਿਆਉਣੀ ਚਾਹੁੰਦਾ ਕਿ ਇਹ ਜਿਸ ਵੇਲੇ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਦੇ ਵਿੱਚ ਇਹ ਸਾਰੀ ਗੱਲ ਫੈਲੀ ਵੀ 267 ਸਰੂਪ ਜਿਹੜੇ ਘੱਟ ਆ, ਉਹਦੇ ਤਹਿਤ ਫਿਰ ਇਸ ਸਾਡੇ ਪਬਲੀਕੇਸ਼ਨ ਵਿਭਾਗ ਦੀ, ਕਿਉਂਕਿ ਉਸ ਵੇਲੇ ਇਹ ਅਣਗਹਿਲੀ ਸੀ, ਉਹਨੂੰ ਉੱਥੋਂ ਨਾਂ ਬਦਲਣਾ ਵੀ ਅਣਗਹਿਲੀ ਮੈਂ ਕਹਿ ਸਕਦਾ। ਧਾਮੀ ਸਾਹਿਬ,
ਇੱਥੇ ਇੱਕ ਸਵਾਲ ਨਹੀਂ ਉੱਠਦਾ, ਇੱਥੇ 100 ਸਵਾਲ ਉੱਠਦੇ ਆ। ਤੁਸੀਂ ਕਿਸੇ ਦਾ ਜਵਾਬ ਨਹੀਂ ਦੇ ਪਾ ਰਹੇ, ਨਾ ਹੀ ਤੁਸੀਂ ਦੇ ਸਕਦੇ ਹੋ। ਜਦੋਂ ਤੁਹਾਡੇ ਸਾਹਮਣੇ ਸਾਰੀਆਂ ਤਰੁੱਟੀਆਂ ਆਈਆਂ, ਤੁਸੀਂ ਉਸ ਤੋਂ ਵੀ 7 ਸਾਲ ਬਾਅਦ ਇਸ ਬੰਦੇ ਨੂੰ ਉੱਥੋਂ ਨਹੀਂ ਬਦਲਿਆ। ਤੇ ਨਾ ਬਦਲਣ ਦਾ ਕਾਰਨ ਇਹ ਇਕੱਲਾ ਹੀ ਦੋਸ਼ੀ ਨਹੀਂ, ਇਹ 'ਚ ਤਾਣੀ ਵਿਗੜੀ ਪਈ ਹੈ। ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਕਮੇਟੀ ਪਹਿਲਾਂ ਬਣਾਈ, ਫਿਰ ਇੱਕ ਮਤਾ ਕਰਕੇ ਉਹ ਮਤਾ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਨੂੰ ਬੇਨਤੀ ਕੀਤੀ ਕਿ ਇਹਦੀ ਪੜਤਾਲ ਡੂੰਘਾਈ ਦੇ ਵਿੱਚ ਕਰਵਾ ਲਈ ਜਾਵੇ, ਤਾਂ ਕਿ ਸੰਗਤਾਂ ਦੇ ਸਾਹਮਣੇ ਸਾਰੀ ਜਿਹੜੀ ਸੱਚਾਈ ਪੇਸ਼ ਕੀਤੀ ਜਾ ਸਕੇ। ਹੁਣ ਉਹ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਨੇ ਇੱਕ 3 ਮੈਂਬਰੀ ਕਮੇਟੀ ਬਣਾਤੀ, ਜਿਹਦੇ ਵਿੱਚ ਇੱਕ ਹਾਈ ਕੋਰਟ ਦੇ ਰਿਟਾਇਰਡ ਜੱਜ ਬੀਬੀ ਨਵੀਤਾ ਸਿੰਘ ਜੀ, ਉਹਨਾਂ ਦੇ ਨਾਲ ਡਾਕਟਰ ਈਸਰ ਸਿੰਘ ਜੀ, ਤੇ ਉਹਦੇ ਨਾਲ ਡਾਕਟਰ ਹਰਪ੍ਰੀਤ ਕੌਰ ਐਡਵੋਕੇਟ, ਉਹ ਨਾਲ ਜਿਹੜੇ ਸੀ ਉਹ ਕਮੇਟੀ ਬਣਾਈ। ਡਾਕਟਰ ਆਪਣੇ ਹਾਈ ਕੋਰਟ ਦੇ ਸਾਡੇ ਮਾਨਯੋਗ ਜੱਜ ਨਵੀਤਾ ਸਿੰਘ ਜੀ ਅਸਤੀਫਾ ਦੇ ਗਏ, ਉਹਨੇ ਸਮਰੱਥਾ ਜ਼ਾਹਰ ਕੀਤੀ। ਫਿਰ 3 ਮੈਂਬਰੀ ਕਮੇਟੀ ਜਿਹੜੀ ਆ ਡਾਕਟਰ ਈਸਰ ਸਿੰਘ, ਹਰਪ੍ਰੀਤ ਕੌਰ ਤੇ ਹਰਲੀਨ ਕੌਰ ਸੀਏ, ਇਹਨਾਂ ਨੇ ਡੰਗਾਈ ਦੇ ਵਿੱਚ ਸਾਰੀ ਫਿਰ ਉਹਦੀ ਪੜਤਾਲ ਕੀਤੀ, ਔਰ ਉਸ ਪੜਤਾਲ ਦੇ ਵਿੱਚ ਉਹਨੇ ਸਾਰੇ ਪੱਖਾਂ ਦੇ ਜਿਹੜੇ ਤੱਥ ਸੀ ਸਾਹਮਣੇ ਕੀਤੇ। 1000 ਪੇਜ ਦੀ ਸਾਡੀ ਜਿਹੜੀ ਵੈਬਸਾਈਟ ਤੇ ਵੀ ਪਈ ਆ, ਤੇ ਜੇ ਕਿਸੇ ਨੇ ਦੇਖਣੀ ਵੀ ਆ ਸਾਡੇ ਇੱਥੇ ਲੀਗਲ ਵਿਭਾਗ ਦੇ ਵਿੱਚ ਪਈ ਆ, ਉਹ ਦੇਖ ਵੀ ਸਕਦਾ। ਧਾਮੀ ਸਾਹਿਬ, ਕਮੇਟੀ ਇੱਕ ਨਹੀਂ ਬਣੀ, ਕਮੇਟੀਆਂ 5 ਬਣੀਆਂ ਤੇ 6ਵੀਂ ਬਣੀ ਤੁਹਾਡੇ ਨਾਂ ਤੇ। 6ਵੀਂ ਤੁਹਾਡੀ ਆਪਣੀ ਬਣੀ, ਰਿਜ਼ਲਟ ਕਿਸੇ ਦਾ ਨਹੀਂ। ਕਮੇਟੀਆਂ 5 ਈਸ਼ਰ ਸਿੰਘ ਤੋਂ ਪਹਿਲਾਂ ਬਣ ਚੁੱਕੀਆਂ। ਉਹ ਕੀ ਹੋਇਆ ਤੁਸੀਂ ਕੋਈ ਸਾਹਮਣੇ ਨਹੀਂ ਲਿਆਂਦਾ। ਉਸ ਤੋਂ ਬਾਅਦ ਜਿਹੜੀ ਈਸ਼ਰ ਸਿੰਘ ਦੀ, ਜਿਹਨੂੰ ਤੁਸੀਂ ਡਾਕਟਰ ਕਹਿੰਦੇ ਹੋ, ਜਿਹਨੂੰ ਹਰਪ੍ਰੀਤ ਸਿੰਘ ਐਡਵੋਕੇਟ ਤੇਲੰਗਾਨਾ ਦੇ ਕਹਿੰਦੇ ਨੇ, ਉਹਨਾਂ ਦੇ ਨਾਲ 2 ਬੀਬੀਆਂ, ਉਹਨਾਂ ਨੇ ਇੱਕ ਬੜੀ ਮਿਹਨਤ ਕਰਕੇ ਰਿਪੋਰਟ ਤਿਆਰ ਕੀਤੀ 1000 ਪੇਜ ਦੀ, ਜਿਹੜੀ ਤੁਹਾਡੀ ਵੈਬਸਾਈਟ ਤੇ ਪਈ ਆ। ਉਹ ਤੁਸੀਂ ਜਨਤਕ ਕੀਤੀ, ਉਹ ਤੁਸੀਂ ਅਕਾਲ ਤਖਤ ਨੂੰ ਦਿੱਤੀ। ਉਹ ਇਨਕੁਆਇਰੀ ਜਿਹਦੇ ਉੱਤੇ 2 ਬੀਬੀਆਂ ਦੇ ਔਰ ਇੱਕ ਈਸ਼ਰ ਸਿੰਘ ਦੇ ਹਰੇਕ ਪੇਜ ਤੇ ਸਾਈਨ ਸਨ, ਉਹ ਜਨਤਕ ਕੀਤੀ, ਦਿਖਾਈ ਕਿਸੇ ਨੂੰ? ਜਾਂ ਅੱਜ ਦਿਖਾਓਗੇ? ਜੋ ਉਹਦੇ ਜੋ ਕੁਝ ਵੀ ਉਹਨੇ ਇਨਕੁਆਇਰੀ ਕੀਤੀ ਜਾਂ ਲਿਖਿਆ, ਉਹਨੂੰ ਮੰਨੋਗੇ? ਤੁਸੀਂ ਜਵਾਬ ਨਹੀਂ ਦੇ ਪਾ ਰਹੇ, ਨਾ ਤੁਸੀਂ ਦੇ ਪਾਉਣਾ। ਚੰਗੀ ਗੱਲ ਹੈ, ਤੁਸੀਂ ਅੱਜ ਇੱਕ ਪਹਿਲ ਕੀਤੀ ਆ ਕਿ ਅਸੀਂ ਦਿਖਾਉਣ ਨੂੰ ਤਿਆਰ ਹਾਂ, ਅਸੀਂ ਗੱਲ ਕਰਨ ਨੂੰ ਤਿਆਰ ਹਾਂ। ਅਸੀਂ ਤੁਹਾਨੂੰ ਚੈਲੰਜ ਕਰਾਂਗੇ ਕਿ ਦਿਖਾਓ, ਤੇ ਟਾਈਮ ਮੰਗਾਂਗੇ ਪਬਲਿਕ ਤੇ ਪ੍ਰੈਸ ਦੇ ਵਿੱਚ। ਹੁਣ ਜਿਹੜਾ ਡਾਕਟਰ ਈਸਰ ਸਿੰਘ ਦੀ ਰਿਪੋਰਟ ਆ, ਸਭ ਤੋਂ ਪਹਿਲਾ ਪੇਜ ਇਹ ਸਰਦਾਰ ਕਮਲਜੀਤ ਸਿੰਘ ਦਾ ਆ, CGL, ਜਿਹਦੇ ਉੱਤੇ ਵੱਡਾ ਦੋਸ਼, ਜਿਸ ਨੇ ਬੇਈਮਾਨੀ ਕਰਕੇ ਬਦਨਾਮੀ ਆਪਣੀ ਵੀ ਕਰਵਾਈ, ਸ਼੍ਰੋਮਣੀ ਗੁਰਦੁਆਰੇ ਪ੍ਰਬੰਧਕ ਕਮੇਟੀ ਦੀ ਵੀ ਫੰਡਾਂ ਦੀ ਹੇਰਾਫੇਰੀ ਕਰਕੇ ਕਰਵਾਈ। ਇਹਦੇ ਵਿੱਚ ਜਿਹੜਾ ਗੱਭ ਦੇ ਵਿੱਚ ਇੱਕ ਹੈਗਾ ਆ, ਮੈਂ ਮਾਰਕ ਵੀ ਕੀਤੀਆਂ, ਇਹਦੇ ਵਿੱਚ ਉਹਨੇ ਕੀ ਕਨਕਲੂਡ ਕੀਤਾ? ਉਹਨੇ ਕਨਕਲੂਡ ਕੀਤਾ ਕਿ 18/8/2015 ਨੂੰ ਪਾਵਨ ਸਰੂਪ ਸਟੋਰ ਵਿੱਚ ਵੱਧ ਨਹੀਂ ਬਲਕਿ 328 ਪਾਵਨ ਸਰੂਪ ਘੱਟ ਪਾਏ ਗਏ, ਅਤੇ ਇਹ ਪਾਵਨ ਸਰੂਪ ਹੋਰ ਸੰਬੰਧਿਤ ਕਰਮਚਾਰੀਆਂ ਦੀ ਮਿਲੀ ਭੁਗਤ ਨਾਲ ਬਾਹਰ ਸੰਗਤਾਂ ਨੂੰ ਦਿੱਤੇ ਗਏ, ਤੇ ਇਹਨਾਂ ਦੀ ਬਣਦੀ ਭੇਟਾ ਟਰਸਟ ਫੰਡਾਂ ਵਿੱਚ ਜਮ੍ਹਾਂ ਨਹੀਂ ਕਰਵਾਈ, ਤੇ ਨਾ ਹੀ ਇਹਨੇ ਪਾਵਨ ਸਰੂਪਾਂ ਦਾ ਬਿੱਲ ਕੱਟਿਆ। ਇਹ ਬਿਲਕੁਲ ਕਲੀਅਰ ਆ। ਇਹ ਤੇ ਮੈਂ ਬਾਰ-ਬਾਰ ਤਾਂ ਸਟ੍ਰੈਸ ਕਰ ਰਿਹਾ, ਬੇਅਦਬੀ ਨਹੀਂ ਨਾ ਦਾ ਪਤਾ ਆ। ਤੇ ਮੈਂ ਬੇਨਤੀ ਕਰਦਾ, ਇਹ ਤੇ ਆਪਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਇਹਨਾਂ ਸਰੂਪਾਂ ਦੇ ਉੱਤੇ ਆਪਾਂ ਸਿਆਸਤ ਨਾ ਖੇਡੀਏ। ਧਾਮੀ ਜੀ, ਇੱਕ ਪ੍ਰੋਸੈਸ ਆ ਪ੍ਰਬੰਧਕ ਕਮੇਟੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਦਾ, ਉਹਦੇ ਬੈਂਡਿੰਗ ਦਾ, ਉਹਦੀ ਸੁਧਾਈ ਦਾ, ਉਸ ਤੋਂ ਬਾਅਦ ਸੱਚਖੰਡ ਚ ਆਉਣ ਦਾ, ਉਹਦੇ ਬਾਅਦ ਉਹਦੀ ਗਿਣਤੀ ਦਾ, ਉਹਦੇ ਬਾਅਦ ਕਿੱਥੇ ਸਰੂਪ ਦੀ ਡਿਮਾਂਡ ਆਈ ਆ, ਉਹ ਡਿਮਾਂਡ ਜਿਹੜੀ ਆ ਉਹਦੇ ਮੁਤਾਬਕ ਸਰੂਪ ਜਾ ਰਹੇ ਨੇ ਤੇ ਜਾਂਦੇ ਨੇ। ਜਿਹੜੇ ਉਹਦਾ ਪ੍ਰੋਸੀਜਰ ਇਹ ਆ ਕਿ ਇੱਕ ਬੱਸ ਜਾਂਦੀ ਆ, ਉਹਦੇ ਵਿੱਚ ਬੱਸ ਜਿਹੜੇ ਨੇ, ਬੱਸ ਦੇ ਵਿੱਚ ਸਰੂਪ ਸੁਸ਼ੋਭਿਤ ਹੁੰਦੇ ਨੇ, ਉਹਦਾ ਬਕਾਇਦਾ ਬਿੱਲ ਬਣਦਾ, ਤੇ ਬਣਾਉਣ ਵਾਲਾ ਇਹ ਕਮਲਜੀਤ ਸਿੰਘ ਨਹੀਂ ਜਿਹਦੇ ਤੁਸੀਂ ਇਹ ਸਾਈਨ ਕਰ ਦਿਖਾ ਰਹੇ ਹੋ, ਜਿਹਦੀ ਤੁਸੀਂ ਇਹ ਸਟੇਟਮੈਂਟ ਦਿਖਾ ਰਹੇ ਹੋ। ਸਟੇਟਮੈਂਟਾਂ ਇਹਨਾਂ ਦੀਆਂ ਸਾਡੇ ਕੋਲ ਵੀ ਹੈਗੀਆਂ, ਅਸੀਂ ਤੁਹਾਨੂੰ ਦਿਖਾਵਾਂਗੇ ਜੇ ਤੁਸੀਂ ਦੇਖਣਾ ਚਾਹੋ। ਤੇ ਉਹ ਫਿਰ ਜਿਹੜਾ ਬਿੱਲ ਬਣਦਾ, ਉਹਦੇ ਵਿੱਚ
ਅਮਾਉਂਟ ਲਿਖੀ ਜਾਂਦੀ ਆ, ਲਿਖਿਆ ਜਾਂਦਾ ਕਿ ਤੁਹਾਡੇ ਕੋਲ ਅਸੀਂ ਇੰਨੇ ਸਰੂਪ ਭੇਜ ਰਹੇ ਹਾਂ, ਤੁਹਾਡੀ ਇੰਨੀ ਡਿਮਾਂਡ ਸੀ, ਨਾਲ ਮੈਨੇਜਰ ਸਾਹਿਬ ਆ ਰਹੇ ਨੇ, ਇੰਨੀ ਭੇਟਾ ਇਹਨਾਂ ਨੂੰ ਦੇ ਦਿੱਤੀ ਜਾਵੇ। ਫਿਰ ਉਹ ਜਦੋਂ ਵਾਪਸ ਆਉਂਦਾ ਉਹ ਭੇਟਾ ਜਮ੍ਹਾਂ ਕਰਾਉਂਦਾ, ਉਹ ਕੈਸ਼ੀਅਰ ਕੋਲ ਕਰਾਉਂਦਾ, ਇਹ ਕਮਲਜੀਤ ਸਿੰਘ ਕੋਲ ਨਹੀਂ ਕਰਾਉਂਦਾ। ਇਹ ਤੁਸੀਂ ਜਿਹੜਾ ਬਾਰ-ਬਾਰ ਕਹਿੰਦੇ ਸਿਆਸਤ ਨਾ ਕਰੋ, ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਅਜ਼ਮਤ ਦਾ ਸਵਾਲ ਹੋਵੇ ਤੇ ਅਸੀਂ ਉਹ ਤੇ ਤੁਹਾਡੇ ਤੋਂ ਜਵਾਬ ਨਾ ਮੰਗੀਏ। ਤੁਸੀਂ ਜਵਾਬ ਦੇ ਨਹੀਂ ਹੋ, ਤੁਸੀਂ ਜ਼ਿੰਮੇਵਾਰ ਨਹੀਂ ਹੋ। ਜੇ ਇਹ ਪ੍ਰਬੰਧਕ ਕਮੇਟੀ ਦੇ ਇੱਕ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਇੰਨਾ ਘਪਲਾ ਹੋ ਸਕਦਾ ਤੇ ਫਿਰ ਗੋਲਕ ਤੇ ਨਿਰੀ ਪੈਸੇ ਹੀ ਪੈਸੇ ਨੇ ਗੋਲਕ ਦੇ ਵਿੱਚ, ਤੇ ਉਹਨਾਂ ਗਿਣਨ ਵਾਲਿਆਂ ਦੇ ਉੱਤੇ ਕੋਈ ਜ਼ਿੰਮੇਵਾਰ ਬੰਦੇ ਦਾ ਨਾਂ ਹੀ ਹੈ ਨਹੀਂ, ਪਤਾ ਨਹੀਂ ਕੌਣ ਗਿਣਦੇ ਨੇ, ਉੱਥੇ ਕੀ ਹੁੰਦਾ ਹੋਊਗਾ। ਬੇਵਕੂਫ ਨਾ ਬਣਾਓ। ਸੋ ਮੈਂ ਸਿਨੇਮਰ ਸੰਗਤ ਨੂੰ ਸਾਰੀ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਨਿਮਰਤਾ ਸਹਿਤ ਕਿ ਇਹ ਸਰੂਪਾਂ ਦੇ ਦੋ ਲਫ਼ਜ਼ ਨਾ ਵਰਤੀਏ। ਪਹਿਲਾ ਲਫ਼ਜ਼ ਭਈ ਇਹ ਬੇਅਦਬੀ, ਦੂਜਾ ਇਹ ਸਰੂਪ ਲਾਪਤਾ ਹੋਏ, ਨਾ ਲਾਪਤਾ ਸਰੂਪ ਹੋਏ ਆ, ਇਨ ਡਿਊ ਕੋਰਸ ਆਫ ਲਾ ਇਹ ਸਾਰੇ ਸਰੂਪ ਥਾਂੋਂ ਥਾਂ ਹੀ ਗਏ ਆ। ਹੁਣ ਹੁੰਦਾ ਕੀ ਸੀਗਾ ਭਈ ਜਿਸ ਵੇਲੇ ਸਤਿਗੁਰੂ ਜੀ ਦੇ ਸਰੂਪ ਇੱਥੋਂ ਜਾਂਦੇ ਸੀ, ਸੀਰੀਅਲ ਨੰਬਰ ਬਿਲਕੁਲ ਅੱਜ ਵੀ ਲੱਗਦੇ, ਉਦੋਂ ਵੀ ਲੱਗਦੇ ਸੀ। ਇਹਨੇ ਜਿਹੜੇ ਲੈਜਰ ਸੀ, ਲੈਜਰ ਦੇ ਵਿੱਚ ਉਹ ਸਰੂਪਾਂ ਦਾ ਵੇਰਵਾ ਨਹੀਂ ਭਰਿਆ। ਹੋਇਆ ਕਿ ਜਿਹੜੀ ਭੇਟਾ ਆਈ ਉਹ ਭੇਟਾ ਜੇਬਾਂ ਦੇ ਵਿੱਚ ਪਾ ਲਈ। ਜਿਸ ਵੇਲੇ ਰਿਟਾਇਰਮੈਂਟ ਹੋਣੀ ਸੀ ਉਸ ਵੇਲੇ ਰਿਟਾਇਰਮੈਂਟ ਦੇ ਵਿੱਚ ਫਿਰ ਇਹਦੇ ਸਾਹਮਣੇ ਤੱਥ ਜਿਹੜੇ ਆਇਆ, ਇਹ ਤੱਥ ਦੀ ਸਚਾਈ ਇਹਦੀ ਆਪਣੀ ਹੈਂਡ ਰਾਈਟਿੰਗ ਬੋਲਦੀ ਆ। ਅਸੀਂ ਇਹਨਾਂ ਸਰੂਪਾਂ ਨੂੰ ਲਾਪਤਾ ਵੀ ਨਾ ਕਹੀਏ ਤੇ ਬੇਅਦਬੀ ਹੋਈ ਵੀ ਨਾ ਕਹੀਏ। ਇਹ ਸਰੂਪ ਮੈਂ ਪਹਿਲਾਂ ਬੇਨਤੀ ਕਰ ਚੁੱਕਾ ਕਿ ਜਿਹੜੇ ਤੁਸੀਂ ਦੱਸ ਰਹੇ ਹੋ ਕਿ ਜਦੋਂ ਜਾਂਦੇ ਨੇ ਬੱਸ 'ਚ ਜਾਂਦੇ ਨੇ, ਪੰਜ ਪਿਆਰੇ ਵਿੱਚ ਸੁਸ਼ੋਭਿਤ ਹੁੰਦੇ ਨੇ, ਕੱਲੀ ਬੱਸ ਨਹੀਂ ਜਾਂਦੀ, ਡਰਾਈਵਰ ਕੱਲਾ ਨਹੀਂ ਜਾਂਦਾ ਜਾਂ ਕਮਲਜੀਤ ਸਿੰਘ ਨਹੀਂ ਜਾਂਦਾ ਨਾਲ, ਇਹਦੇ ਵਿੱਚ ਮੈਨੇਜਰ ਜਾਂਦਾ। ਮੈਨੇਜਰ ਦੇ ਕੋਲ ਇੱਕ ਬਿੱਲ ਬਣਿਆ ਹੁੰਦਾ, ਜਿਹੜਾ ਬਿੱਲ ਦੱਸਦਾ ਕਿ ਇਹ ਸਰੂਪ ਕਿਸ ਥਾਂ ਤੇ ਜਾ ਰਹੇ ਨੇ, ਆਈਡੀ ਕੀ ਹੈ ਉੱਥੋਂ ਦੀ, ਉਹਦੇ ਉੱਤੇ ਲਿਖਿਆ ਹੁੰਦਾ ਕਿ ਇਹ ਇੰਨੀ ਭੇਟਾ ਮੈਨੇਜਰ ਨੂੰ ਦੇ ਦਿੱਤੀ ਜਾਵੇ। ਫਰਜ਼ ਕਰ ਲਓ ਉਹ ਭੇਟਾ ਵਾਪਸ ਜਮ੍ਹਾਂ ਨਹੀਂ ਹੁੰਦੀ ਤੇ ਫਿਰ ਤੁਹਾਡੇ 10 ਸਾਲ ਇਹ ਜਿਹੜੇ ਆਡਿਟ ਕਰਨ ਵਾਲੇ ਜਿਹੜੇ ਸੈਕਸ਼ਨ ਨੇ 1 2 3 4 ਫਿਰ ਅਖੀਰ ਤੇ ਮਿਸਟਰ ਕੋਹਲੀ ਜਿਹੜਾ 8 ਲੱਖ ਰੁਪਇਆ ਤਨਖਾਹ ਲੈਂਦਾ, ਇਹ ਭੰਗ ਪੀ ਕੇ ਬੈਠਦੇ ਨੇ ਇੱਥੇ। ਇਹ ਕੀ ਦੇਖਦੇ ਨੇ, ਇਹ ਆਡਿਟ ਕਾਹਦਾ ਕਰਦੇ ਨੇ? 8 ਲੱਖ ਰੁਪਇਆ ਤਨਖਾਹ ਲੈਣ ਵਾਲਾ 10 ਸਾਲ ਇਹ ਨਾ ਦੱਸ ਸਕੇ ਕਿ ਮੈਂ ਇਹਦਾ ਆਡਿਟ ਕੀਤਾ ਹੈ ਤੇ ਇਹ ਪੈਸੇ ਕਿੱਥੇ ਗਏ, ਇਹ ਪੈਸਿਆਂ ਨੂੰ ਮੈਂ ਕਦੀ ਰੋਕਿਆ, ਕਦੀ ਪੁੱਛਿਆ। ਇਹ ਘਪਲਾ ਨਹੀਂ ਚੱਲਣਾ ਮਿਸਟਰ ਧਾਮੀ, ਇਹ ਸੱਚ ਸਾਹਮਣੇ ਆਉਣਾ ਚਾਹੀਦਾ। ਜੇ ਇਹ ਸਰੂਪ ਜਿਹੜੇ ਨੇ ਫਰਜ਼ ਕਰ ਲਓ ਕਿਤੇ ਗਏ ਨਹੀਂ, ਲਾਪਤਾ ਵੀ ਨਹੀਂ ਹੋਏ, ਬੇਅਦਬੀ ਨਹੀਂ ਹੋਈ, ਤੇ ਫਿਰ ਇਹਨਾਂ ਦਾ ਰੌਲਾ ਤੁਸੀਂ ਪਾਇਆ, ਤੁਹਾਡੀਆਂ ਕਮੇਟੀਆਂ ਨੇ ਪਾਇਆ, ਤੇ ਕਮੇਟੀਆਂ ਦੀ ਰਿਪੋਰਟ ਤੁਸੀਂ ਨਸ਼ਰ ਨਹੀਂ ਕਰ ਰਹੇ। ਹੁਣ ਮੈਂ ਤੁਹਾਨੂੰ ਇੱਕ ਹੋਰ ਸਵਾਲ ਕਰਨ ਲੱਗਾ, ਇਮਾਨਦਾਰੀ ਨਾਲ ਜਵਾਬ ਦਿਓ। ਇਹ ਤੇ ਸੀ ਗੁਰੂ ਗ੍ਰੰਥ ਸਾਹਿਬ ਭਵਨ ਦੀ ਦਾਸਤਾਨ, ਜਿਹੜੇ ਗੁਰੂ ਰਾਮਦਾਸ ਰੈਫਰੈਂਸ ਲਾਇਬ੍ਰੇਰੀ ਦੇ ਵਿੱਚ ਸਰੂਪ ਪਏ ਸਨ, ਦਿੱਲੀ ਤੋਂ ਆਏ ਪ੍ਰਾਤਨ ਸਰੂਪ, ਹੱਥ ਲਿਖਤ ਸਰੂਪ 205 ਸਰੂਪ ਗੁਰੂ ਗ੍ਰੰਥ ਸਾਹਿਬ, 2 ਦਸਮ ਗ੍ਰੰਥ ਪ੍ਰਾਤਨ, 2 ਜਨਮ ਸਖੀਆਂ ਦੇ ਖਰੜੇ ਪ੍ਰਾਤਨ ਔਰ 28 ਹੁਕਮਨਾਮੇ। ਉਹ ਕਿੱਥੇ ਚਲੇ ਗਏ? ਉਹਨਾਂ ਨੂੰ ਤੁਸੀਂ ਲਾਪਤਾ ਕਹੋਗੇ? ਜੇ ਲਾਪਤਾ ਨਹੀਂ ਕਹੋਗੇ ਤੇ ਕਿੱਥੇ ਦੱਸੋਗੇ ਕਿੱਥੇ ਉਹਨਾਂ ਦੀ ਇੱਜ਼ਤ ਹੋ ਰਹੀ ਆ, ਕਿੱਥੇ ਉਹਨਾਂ ਦਾ ਸਨਮਾਨ ਹੋ ਰਿਹਾ, ਕਿੱਥੇ ਉਹਨਾਂ ਤੇ ਚੌਰ ਹੋ ਰਿਹਾ? ਤੁਸੀਂ ਇਹ ਸਾਨੂੰ ਦੱਸੋਗੇ ਕਿ 2008 ਤੋਂ ਲੈ ਕੇ ਅੱਜ ਤੱਕ ਪ੍ਰਬੰਧਕ ਕਮੇਟੀ ਹਰਿਆਣਾ ਪੰਜਾਬ ਹਾਈ ਕੋਰਟ ਨੂੰ ਜਵਾਬ ਕਿਉਂ ਨਹੀਂ ਦੇ ਰਹੀ? ਕਿੱਥੇ ਗਏ? ਪਿਛਲੀ 23 ਜਨਵਰੀ ਨੂੰ ਤੁਹਾਨੂੰ ਤਲਬ ਕੀਤਾ ਹਾਈ ਕੋਰਟ ਨੇ, ਤੁਸੀਂ ਇੱਕ ਕਲਰਕ ਭੇਜ ਦਿੱਤਾ, ਕਿਉਂ ਭੇਜਿਆ? ਗੁਰੂ ਗ੍ਰੰਥ ਸਾਹਿਬ ਪ੍ਰਤੀ ਤੁਹਾਡੀ ਕੋਈ ਜਵਾਬਦੇਹੀ ਨਹੀਂ। ਗੁਰੂ ਰਾਮਦਾਸ ਰੈਫਰੈਂਸ ਲਾਇਬ੍ਰੇਰੀ ਸਾਡਾ ਕਿਲੇ ਦੇ ਵਿੱਚੋਂ ਗਾਇਬ ਹੋਏ ਨੇ, ਕਿੱਥੇ ਗਏ ਨੇ ਉਹ? ਉਹਨਾਂ ਨੂੰ ਲਾਪਤਾ ਕਹੋਗੇ, ਬੇਅਦਬੀ ਹੋ ਰਹੀ ਕਹੋਗੇ, ਚੋਰੀ ਹੋ ਗਏ ਕਹੋਗੇ, ਜਾਂ ਵੇਚ ਗਏ ਕਹੋਗੇ? ਜਾਂ ਦੱਸ ਦਿਓ ਸਾਨੂੰ ਕੌਣ ਵੇਚ ਗਿਆ ਉਹਨਾਂ ਨੂੰ। ਇਹਨਾਂ ਨੂੰ ਤਾਂ ਕਮਲਜੀਤ ਸਿੰਘ ਵੇਚ ਗਿਆ, ਪੈਸੇ ਜੇਬ 'ਚ ਪਾ ਲਏ। 10 ਸਾਲ ਬਾਅਦ ਤੁਹਾਨੂੰ ਪਤਾ ਲੱਗਾ
ਉਹ ਤੇ 90 ਦੇ ਆਏ ਨੇ, 90 ਤੋਂ ਲੈ ਕੇ ਅੱਜ ਤੱਕ 30 ਸਾਲ ਹੋ ਗਏ ਨੇ। 30 ਸਾਲਾਂ ਤੋਂ 33 ਸਾਲ ਹੋ ਗਏ ਨੇ। 33 ਸਾਲਾਂ 'ਚ ਤੁਸੀਂ ਅੱਜ ਕੀ ਜਵਾਬ ਦੇ ਰਹੇ ਹੋ? ਕਮੇਟੀ ਬਣਾਈ, ਉਹਨਾਂ ਨੂੰ ਲੱਭ ਰਹੀ ਹੈ। ਕਿੰਨੀਆਂ ਕੁ ਕਮੇਟੀਆਂ ਬਣਾਓਗੇ? ਪਲੀਜ਼ ਇਹ ਦੱਸੋ ਕਿ ਉਹ ਸਰੂਪ ਕਿੱਥੇ ਗਏ? ਪੁਰਾਤਨ ਸਰੂਪ ਸਾਨੂੰ ਚਾਹੀਦੇ ਨੇ। ਪੁਰਾਤਨ ਸਰੂਪ ਸਾਡੀ ਜ਼ਿੰਦ ਜਾਨ ਆ। ਪੁਰਾਤਨ ਸਰੂਪ ਦੇ ਮੁਤਾਬਕ ਅਸੀਂ ਨਵੇਂ ਸਰੂਪ ਦੀ ਸੁਧਾਈ ਕਰ ਸਕਾਂਗੇ, ਵਰਨਾ ਕੁਝ ਨਹੀਂ ਸਾਡੇ ਕੋਲ। ਉਹ ਦੱਸੋ ਪਲੀਜ਼, ਦੱਸੋ ਸਾਨੂੰ ਕਿੱਥੇ ਗਏ? ਚੋਰੀ ਹੋਏ, ਵੇਚ ਦਿੱਤੇ, ਜਾਂ ਲਾਪਤਾ ਹੋਏ, ਜਾਂ ਆਪ ਕਿਸੇ ਨੂੰ ਦਿੱਤੇ, ਜਾਂ ਉਹ ਜਿੱਥੇ ਵੀ ਸਰੂਪ ਹੈਗੇ ਨੇ ਉਹਨਾਂ ਤੇ ਚੌਰ ਸਾਹਿਬ ਹੋ ਰਹੇ ਨੇ, ਸੇਵਾ ਹੋ ਰਹੀ ਹੈ? ਜਾਣਕਾਰੀ ਦਿਓਗੇ? ਔਰ ਜਿਹੜੇ ਮੈਂ ਉੱਪਰ ਤੱਥ ਦੱਸੇ ਆ ਵੀ ਸਰੂਪਾਂ ਨੂੰ ਜਿਹੜੇ ਭੇਜਿਆ ਜਾਂਦਾ, ਉਹ ਸਰੂਪ ਆ ਜਿਨ੍ਹਾਂ ਦੇ ਵਿੱਚ 9,81,700 ਰੁਪਏ ਇਹਨਾਂ ਨੂੰ ਪਏ ਆ। ਇਹ ਵੀ ਸਰੂਪ ਦੇ ਵਿੱਚ ਅਸੀਂ ਜਿਹੜੇ ਪੜਤਾਲ ਕੀਤੀ, ਲੋਕਲ ਕਮੇਟੀ ਹਿਸਾਰ ਹਰਿਆਣਾ, ਸਿੰਘ ਸਭਾ ਹਨੂਮਾਨਗੜ੍ਹ ਰਾਜਸਥਾਨ, ਗੁਰਦੁਆਰਾ ਸਿੰਘ ਸਭਾ ਇੰਦੌਰ, ਗੁਰਦੁਆਰਾ ਸਿੰਘ ਸਭਾ ਆਲਮਬਾਗ ਲਖਨਊ, ਜਿਹੜੇ ਪਤਾ ਕੀਤਾ ਭੇਟਾ ਲੈ ਆਇਆ ਸਰੂਪ ਉੱਥੇ ਦੇ ਆਇਆ ਜਾ ਕੇ। ਸੋ ਮੇਰਾ ਕਹਿਣ ਤੋਂ ਭਾਵ ਇਹ ਆਦੀ ਸੀਗਾ, ਇਹਨੂੰ ਪਤਾ ਸੀ ਵੀ ਕਿੱਦਾਂ ਸਿਸਟਮ ਚੱਲਦਾ। ਉਸ ਆਦੀ ਪੁਣੇ ਦੇ ਵਿੱਚ ਇਹਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ EMPLOYE ਹੋਣ ਦੇ ਨਾਤੇ ਬਹੁਤ ਵੱਡਾ ਜਿਹੜਾ ਇਹਨੇ ਇੱਕ ਘਪਲਾ ਕੀਤਾ। ਮਿਸਟਰ ਧਾਮੀ, ਤੁਸੀਂ 4 ਸਟੇਟਾਂ ਦੀਆਂ ਪ੍ਰਬੰਧਕ ਕਮੇਟੀਆਂ ਦੇ ਨਾਮ ਗੁਣਵਾਏ ਨੇ, ਹਰਿਆਣਾ, ਰਾਜਸਥਾਨ, UP ਤੇ ਮੱਧ ਪ੍ਰਦੇਸ਼, ਕਿ ਉਹਨਾਂ ਕੋਲ ਸਰੂਪ ਗਏ, ਪੈਸੇ ਲੈ ਆਇਆ, ਜੇਬ ਚ ਪਾ ਲੈ, ਜਮਾ ਨਹੀਂ ਕਰਾਏ। ਸਰੂਪ ਠੀਕ ਥਾਂ ਤੇ ਪਹੁੰਚ ਗਏ। ਜਿਹੜੇ ਸਰੂਪ ਠੀਕ ਥਾਂ ਤੇ ਪਹੁੰਚ ਗਏ, ਉਹਨਾਂ ਦੀ ID ਆ ਗਈ ਕਿ ਉਹ ਠੀਕ ਥਾਂ ਤੇ ਆ। ਉਹਨਾਂ ਦੀ ਗਿਣਤੀ ਕਿਵੇਂ ਘਟੀ? ਨੰਬਰ 2 ਤੇ ਜਦੋਂ ਸਰੂਪ ਦੇ ਬਿੱਲ ਗਿਆ, 5 ਪਿਆਰੇ ਗਏ, ਇੱਕ ਮੈਨੇਜਰ ਗਿਆ ਬੱਸ ਪੂਰੀ ਲੈ ਕੇ, ਤੇ ਉਹ ਬਿੱਲ ਲਿਆ ਕੇ ਕਮਲਜੀਤ ਸਿੰਘ ਨੂੰ ਦਿੱਤੇ ਉਹਨੇ, ਜਾਂ ਕਿਤੇ ਹੋਰ ਦੇਣੇ ਚਾਹੀਦੇ ਸੀ? ਉਹਨਾਂ ਦਾ ਆਡਿਟ ਹੋਇਆ? ਕਿਸੇ ਨੇ ਪੁੱਛਿਆ ਪੈਸੇ ਕਿਉਂ ਨਹੀਂ ਜਮ੍ਹਾਂ ਹੋਏ? ਤੁਸੀਂ ਸੰਗਤ ਨੂੰ ਕਿਰਾਏ ਪਾ ਰਹੇ ਹੋ, ਬੇਵਕੂਫ ਬਣਾ ਰਹੇ ਹੋ। ਇਸ ਤਰ੍ਹਾਂ ਤੁਹਾਡਾ ਪਿੱਛਾ ਨਹੀਂ ਛੁੱਟਣਾ ਮਿਸਟਰ ਧਾਮੀ। ਤੁਸੀਂ ਝੂਠਿਆਂ ਦੇ ਕਹਿਣ ਦੇ ਉੱਤੇ ਝੂਠ ਬੋਲੀ ਜਾ ਰਹੇ ਹੋ। ਉਹ ਕਹਿ ਰਹੇ ਤੁਹਾਨੂੰ ਝੂਠ ਨੂੰ ਸੱਚ ਬਣਾ ਕੇ ਦੱਸੋ, ਉਹ ਬਣਨਾ ਨਹੀਂ। ਇਹ ਕਮਲਜੀਤ ਦੇ ਉੱਤੇ ਤੁਸੀਂ ਸਾਰਾ ਬੋਝ ਪਾ ਕੇ 12 ਬੰਦਿਆਂ ਨੂੰ ਤੁਸੀਂ ਸਸਪੈਂਡ ਕਰਦੇ ਹੋ, ਫਿਰ ਨੌਕਰੀ ਖਾਂਦੇ ਹੋ ਉਹਨਾਂ ਦੀ, ਫਿਰ ਉਹਨਾਂ ਚੋਂ ਰੱਖ ਵੀ ਲੈਂਦੇ ਹੋ ਵਾਪਸ ਕਈਆਂ ਨੂੰ। ਇਹ ਕੀ ਤਮਾਸ਼ਾ ਹੈ? ਸੋ ਨਿਮਰਤਾ ਸਹਿਤ ਬੇਨਤੀ ਆ ਕਿ ਇਹ ਪਾਵਨ ਸਰੂਪ ਸਤਿਗੁਰ ਜੀ ਦੇ ਜਿੱਦਾਂ ਲੋਕਾਂ ਨੇ ਜਾਂ ਗੁਰਦੁਆਰਾ ਸਾਹਿਬਾਨਾਂ ਦੀ ਮੰਗ ਆਈ, ਉਸ ਮੰਗ ਦੇ ਆਧਾਰਿਤ ਦੇ ਇਹ ਸਰੂਪ ਆਪਣੇ ਪਵਿੱਤਰ ਥਾਂ ਤੇ ਉੱਥੇ ਸੁਸ਼ੋਭਿਤ ਹੋਏ ਆ। ਇਹ ਜਿਹੜਾ ਕਿੱਥੋਂ, ਹੁਣ ਕਈ ਵਾਰੀ ਸਵਾਲ ਇਹ ਵੀ ਉੱਠੂਗਾ ਫਿਰ ਕਿੱਥੇ ਗਏ ਤੁਸੀਂ ਦੱਸੋ। ਇਹ ਜਿਹੜਾ ਕਮਲਜੀਤ ਆ, ਇਹ CGLC, ਇਹਨੇ ਜਿਹੜੀਆਂ ਮੰਗਾਂ ਆਈਆਂ, ਉਹ ਮੰਗਾਂ ਨੂੰ ਇਹਨੇ ਖੁਰਦ-ਬੁਰਦ ਕੀਤਾ। ਉਹ ਮੰਗਾਂ ਇਹਦੇ ਕੋਲ ਆ, ਇਹਨੂੰ ਇਹ ਪਤਾ ਸੀ ਇਸ ਗੱਲ ਦਾ ਵੀ ਕਿੱਥੇ, ਕਿਉਂਕਿ ਘਬਲੇਬਾਜੀ ਜੇ ਉਹ ਲੈਜਰ ਤੇ ਚੜਾਈ ਕਿੱਥੇ ਗਈਆਂ, ਫਿਰ ਤਾਂ ਇਹ ਦੋਸ਼ੀ ਸਾਬਤ ਪਹਿਲਾਂ ਹੀ ਸੀ। ਪਰ ਡਾਕਟਰ ਈਸ਼ਰ ਸਿੰਘ ਦੀ ਰਿਪੋਰਟ ਨੇ ਬਿਲਕੁਲ ਸਾਬਤ ਕਰ ਦਿੱਤਾ ਕਿ ਮੰਗਾਂ ਜਿੱਥੇ ਆਈਆਂ ਸਰੂਪ ਉੱਥੇ ਹੀ ਗਏ ਆ, ਪਰ ਇਹਨੇ ਘਪਲੇਬਾਜੀ ਜਿਹੜੀ ਆ ਉਹ ਪੈਸੇ ਦੀ ਕੀਤੀ ਆ। ਸੋ ਇਸ ਕਰਕੇ ਕਈ ਵਾਰੀ ਲੋਕ ਸਵਾਲ ਕਰਦੇ, ਸ਼੍ਰੋਮਣੀ ਕਮੇਟੀ ਦੱਸੇ ਜੀ ਕਿੱਥੇ ਸਰੂਪ ਗਏ। ਇਹ ਸਰੂਪ ਕਮਲਜੀਤ ਨੇ ਸੀ। ਕਮਲਜੀਤ ਨੂੰ ਕਿਉਂਕਿ ਮੰਗਾਂ ਇਹਦੇ ਕੋਲ ਆਉਂਦੀਆਂ, ਸਾਰਾ ਜਿੰਨਾ ਇਹ ਕੱਲਾ CGL ਜ਼ਿੰਮੇਵਾਰ ਹੁੰਦਾ, ਹੋਰ ਕੋਈ ਅਧਿਕਾਰੀ ਨਹੀਂ। ਇਹਦੇ ਕੋਲ ਸਾਰੀਆਂ ਮੰਗਾਂ ਆਉਂਦੀਆਂ, ਉਹ ਮੰਗਾਂ ਮੁਤਾਬਕ ਸਰੂਪ ਸ਼ੋਭਿਤ ਕੀਤੇ ਜਾਂਦੇ ਆ। ਸੋ ਮੰਗਾਂ ਜਿਹੜੀਆਂ ਸੀਗੀਆਂ ਉਹ ਸਾਰੀਆਂ ਤਾਂ ਇਹਦੇ ਕੋਲ ਸੀ, ਇਹੋ ਹੀ ਦੱਸ ਸਕਦਾ ਸੀ ਕਿੱਥੇ ਸੀਗੀਆਂ। ਮਿਸਟਰ ਧਾਮੀ, ਜਾਂ ਤੇ ਤੁਹਾਨੂੰ ਪਤਾ ਨਹੀਂ ਜਾਂ ਫਿਰ ਤੁਸੀਂ ਝੂਠ ਬੋਲ ਰਹੇ ਹੋ। ਕਿਸੇ ਵੀ ਸਟੇਟ ਦੇ ਵਿੱਚੋਂ ਕਿਸੇ ਵੀ ਥਾਂ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਡਿਮਾਂਡ ਆਉਂਦੀ ਆ, ਲੈਟਰ ਆਉਂਦਾ, ਉਹ ਕਮਲਜੀਤ ਸਿੰਘ ਕੋਲ ਨਹੀਂ ਆਉਂਦਾ, ਉਹ ਸੈਕਟਰੀ ਕੋਲ ਆਉਂਦਾ। ਸੈਕਟਰੀ ਫਿਰ ਦਰਿਆਫਤ ਕਰਦਾ ਕਿ ਸਰੂਪ ਜਿਨ੍ਹਾਂ ਨੇ ਮੰਗੇ ਆ ਉਹਨਾਂ ਦੀ ID ਠੀਕ ਆ, ਅਸੀਂ ਉੱਥੇ ਭੇਜ ਸਕਦੇ ਆ, ਕੋਈ ਸਾਨੂੰ ਰਾਹਮਤ ਨਹੀਂ ਆਊਗਾ। ਉਹਦੇ ਬਾਅਦ ਇਹ ਤੀਜੇ ਚੌਥੇ ਥਾਂ ਤੇ ਜਾ ਕੇ ਅਖੀਰ ਤੇ ਇਸ਼ੂ ਜਦੋਂ ਹੁੰਦਾ, ਉਦੋਂ ਕਮਲਜੀਤ ਦਾ ਨੰਬਰ ਲੱਗਦਾ। ਨਾ ਤੇ ਕਮਲਜੀਤ ਸਿੰਘ ਬਿੱਲ ਬਣਾਉਂਦਾ ਤੇ ਨਾ ਹੀ ਨਾਲ ਜਾਂਦਾ, ਨਾ ਹੀ ਪੈਸੇ ਲੈਂਦਾ। ਪੈਸੇ ਖਜ਼ਾਨੇ ਚ ਆਉਂਦੇ ਆ, ਡਰਾਫਟ ਰਾਹੀਂ ਜਾਂ ਕੈਸ਼, ਉਹ ਖਜ਼ਾਨੇ ਚ ਆਉਂਦੇ ਆ। ਉਹਨਾਂ ਦਾ ਆਡਿਟ ਹੁੰਦਾ ਤੇ ਆਡਿਟ ਕਰਨ ਵਾਲੇ ਤੁਹਾਡੇ ਘੱਟੋ ਘੱਟ 50 ਬੰਦੇ ਲੱਗੇ ਹੋਏ ਆਡਿਟ ਕਰਨ ਵਾਲੇ, ਤੇ ਉਹਨਾਂ ਦਾ ਚੀਫ ਆ ਮਿਸਟਰ ਕੋਹਲੀ,
ਜਿਹੜਾ 8 ਲੱਖ ਰੁਪਈਆ ਤਨਖਾਹ ਲੈਂਦਾ। ਇਹ ਕਿੱਥੇ ਜਵਾਬ ਦਿਓਗੇ ਤੁਸੀਂ? ਇਹ ਬਿਲਕੁਲ ਤੁਸੀਂ ਝੂਠ ਬੋਲ ਰਹੇ ਹੋ ਕਿ ਸਾਰੀ ਜਿਹੜੀ ਡਿਮਾਂਡ ਆਉਂਦੀ ਸੀ ਕਮਲਜੀਤ ਸਿੰਘ ਕੋਲ ਆਉਂਦੀ ਸੀ, ਉਹੀ ਦਿੰਦਾ ਸੀ, ਉਹੀ ਲੈਂਦਾ ਸੀ। ਇਹ ਤੁਸੀਂ ਝੂਠ ਬੋਲ ਰਹੇ ਜਾਂ ਤੁਹਾਨੂੰ ਪਤਾ ਨਹੀਂ। ਹੁਣ ਮੈਂ ਤੁਹਾਨੂੰ ਇੱਕ ਨਿਮਰਤਾ ਸਹਿਤ ਬੇਨਤੀ ਕਰਦਾ, ਤੁਸੀਂ ਕਹਿ ਚੁੱਕੇ ਹੋ ਕਿ ਅਸੀਂ ਦਿਖਾਉਣ ਨੂੰ ਤਿਆਰ ਹਾਂ, ਅਸੀਂ ਡਿਸਕਸ ਕਰਨ ਨੂੰ ਤਿਆਰ ਹਾਂ। ਮੈਂ ਇਹ ਚੈਲੰਜ ਕਬੂਲ ਕਰਦਾ, ਪ੍ਰਬੰਧਕ ਕਮੇਟੀ ਦੇ ਕੰਪਲੈਕਸ ਦੇ ਵਿੱਚ ਟਾਈਮ ਦਿਓ ਸਾਨੂੰ ਕਦੋਂ ਆਈ ਹੈ। ਇਹਦਾ ਸਿੱਧਾ ਰਿਲੇ ਹੋਵੇ ਪੀਟੀਸੀ ਤੇ, ਜਿਹੜੀ ਤੁਹਾਡੀ ਪ੍ਰਕਾਸ਼ ਸਿੰਘ ਬਾਦਲ ਦੀ ਇੱਕ ਪੀਟੀਸੀ ਆ, ਉਹਦਾ ਚੈਨਲ ਆ, ਉੱਤੇ ਰਿਲੇ ਹੋਵੇ, ਪ੍ਰੈਸ ਉੱਥੇ ਹੋਵੇ, ਪਬਲਿਕ ਉੱਥੇ ਹੋਵੇ। ਤੁਸੀਂ ਇਹ ਤੱਥ ਤੇ ਖਾਸ ਕਰਕੇ ਜਿਹੜਾ ਤੁਹਾਡਾ ਡਾਕਟਰ ਈਸ਼ਰ ਸਿੰਘ ਆ, ਇਹ ਵੀ ਅਸੀਂ ਉਦੋਂ ਦੱਸਾਂਗੇ ਡਾਕਟਰ ਕਿੱਦਾਂ ਤੇ ਐਡਵੋਕੇਟ ਕਿੱਦਾਂ, ਜਾਂ ਇਹਦੀ ਬੈਕਗ੍ਰਾਉਂਡ ਕੀ ਆ, ਇਹ ਕਿਸ ਤਰ੍ਹਾਂ ਆਇਆ। ਤਾਂ ਮਿਸਟਰ ਧਾਮੀ, ਤੁਸੀਂ ਐਡਵੋਕੇਟ ਹੋ, ਪੰਜਾਬ ਦੇ ਵਿੱਚ ਕੋਈ ਐਡਵੋਕੇਟ ਹੈ ਨਹੀਂ ਸੀ। ਪੰਜਾਬ ਦੇ ਵਿੱਚ ਕੋਈ ਰਿਟਾਇਰ ਅਫਸਰ ਨਹੀਂ ਸੀ, ਸੀਨੀਅਰ ਰਿਟਾਇਰ ਜੱਜ ਨਹੀਂ ਸੀ ਕੋਈ। ਇਹ ਤੁਸੀਂ ਜਿਹੜਾ ਡਾਕਟਰ ਲਿਆਂਦਾ ਤੇਲੰਗਾਨਾ ਚੋਂ ਲੱਭ ਕੇ, ਇਹਨੂੰ ਜ਼ਿਆਦਾ ਭੇਜਦੇ ਆ ਪੰਜਾਬ ਦੇ। ਤੋਂ ਅਸੀਂ ਸਾਰਾ ਕੁਝ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਚਾਹੁੰਦੇ ਆ, ਸੰਗਤ ਵੀ ਚਾਹੁੰਦੀ ਆ। ਪਲੀਜ਼ ਤੁਸੀਂ ਸਾਨੂੰ ਇੱਕ ਟਾਈਮ ਦਿਓ, ਇੱਕ ਤਰੀਕ ਦਿਓ। ਮੰਜੀ ਸਾਹਿਬ ਦੀਵਾਨ ਹਾਲ, ਘੰਟਾ ਘਰ ਬਾਹਰ, ਜਿੱਥੇ ਤੁਸੀਂ ਕਹੋ ਪਬਲਿਕ ਤੇ ਪ੍ਰੈਸ ਦੇ ਸਾਹਮਣੇ ਆਪਣੇ ਤੱਥ ਲਿਆ ਕੇ ਦੱਸੋ। ਜਿਹੜੀਆਂ ਰਿਪੋਰਟਾਂ ਤੁਸੀਂ ਕਮਲਜੀਤ ਸਿੰਘ ਦੇ ਬਿਆਨ ਦਿਖਾਉਂਦੇ, ਉਹਦੇ ਬਿਆਨ ਅਸੀਂ ਵੀ ਤੁਹਾਨੂੰ ਦਿਖਾਵਾਂਗੇ, ਸਾਡੇ ਕੋਲ ਵੀ ਪ੍ਰੂਫ ਨੇ। ਪਲੀਜ਼ ਸਾਨੂੰ ਡੇਟ ਦਿਓ। ਔਰ ਇੱਕ ਜਿਹੜੇ ਪੁਰਾਤਨ ਸਰੂਪ ਗਾਇਬ ਹੋਏ ਨੇ ਗੁਰੂ ਰਾਮਦਾਸ ਰੈਫਰੈਂਸ ਲਾਇਬ੍ਰੇਰੀ ਚੋਂ, ਉਹ ਤੁਹਾਡੇ ਕੋਲ ਦਿੱਲੀ ਤੋਂ 90 ਤੋਂ ਪਹਿਲਾਂ ਆ ਚੁੱਕੇ ਨੇ, ਤੁਸੀਂ ਰਿਸੀਵ ਕਰਕੇ ਲਏ ਨੇ। ਉਹ ਸਾਰੇ ਦਾ ਸਾਰਾ ਖਜ਼ਾਨਾ ਕਿੱਥੇ ਗਿਆ, ਇਹਦਾ ਜਵਾਬ ਅਸੀਂ ਤੁਹਾਡੇ ਤੋਂ ਲੈਣਾ। ਤੁਸੀਂ ਕੋਰਟ ਨੂੰ ਵੀ ਜਵਾਬ ਨਹੀਂ ਦੇ ਰਹੇ। ਹੁਣ ਅਪ੍ਰੈਲ ਦੀ ਡੇਟ ਪਈ ਆ ਹਾਈ ਕੋਰਟ 'ਚ, ਅਸੀਂ ਦੇਖਾਂਗੇ ਤੁਸੀਂ ਐਜ ਪ੍ਰਧਾਨ ਉੱਥੇ ਕੀ ਜਵਾਬ ਦਿੰਦੇ ਹੋ। ਅਸੀਂ ਇਹ ਸੰਗਤ ਦੇ ਸਾਹਮਣੇ ਪ੍ਰੈਸ ਦੇ ਵਿੱਚ ਵੀ ਜਵਾਬ ਲੈਣਾ। ਤੇ ਪਲੀਜ਼ ਸਾਨੂੰ ਇਹ ਟਾਈਮ ਦਿਓ ਤੁਸੀਂ, ਅਸੀਂ ਤੁਹਾਡਾ ਚੈਲੰਜ ਕਬੂਲ ਕਰਦੇ ਹਾਂ। ਤੁਹਾਡੀ ਅਸੀਂ ਬਹੁਤ ਇੱਜ਼ਤ ਕਰਾਂਗੇ। ਪਰਮਾਤਮਾ ਕਿਰਪਾ ਕਰੇ, ਤੁਸੀਂ ਸੱਚ ਦਾ ਸੱਚ ਦੱਸਣ ਲਈ ਅੱਗੇ ਆਓ ਕਮੇਟੀ ਵੱਲੋਂ, ਤੇ ਅਸੀਂ ਪੁੱਛਣ ਲਈ ਅੱਗੇ ਆਈਏ। ਸੰਗਤਾਂ ਤੈਅ ਕਰਨਗੀਆਂ ਕਿ ਕੌਣ ਕਿੱਥੇ ਗਲਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।